Dear students, welcome back to my channel. Our today's topic is comprehension reading of NP 1986। ਇਹਦੇ ਵਿੱਚ ਤੁਸੀਂ ਜਦੋਂ ਕੁਐਸਚਨ ਅਟੈਂਪਟ ਕਰਨਾ ਹੈ ਤਾਂ ਦੋ ਮੇਨ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਪਹਿਲਾ ਤੁਸੀਂ ਕਰਨਾ ਹੈ ਨੀਡ ਆਫ ਐਜੂਕੇਸ਼ਨ ਪਾਲਿਸੀ, ਦੂਸਰਾ ਹੈ ਰਿਕਮੈਂਡੇਸ਼ਨਸ ਆਫ NP 1986। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਨੀਡ ਆਫ ਐਜੂਕੇਸ਼ਨ ਪਾਲਿਸੀ ਦੀ। ਕਿਸੇ ਵੀ ਦੇਸ਼ ਦੇ ਵਿੱਚ ਸਿੱਖਿਆ ਦੇ ਲਈ ਜਿਹੜੇ ਲੋਕਤੰਤਰੀ ਦੇਸ਼ ਨੇ, ਡੈਮੋਕ੍ਰੇਟਿਕ ਕੰਟਰੀ ਨੇ, ਉੱਥੇ ਸਿੱਖਿਆ ਦੀ ਵੀ ਲੋਕਤੰਤਰੀਕਰਨ ਕਰਨ ਦੀ ਲੋੜ ਪੈਂਦੀ ਹੈ। ਜੇ ਅਸੀਂ ਗੱਲ ਕਰੀਏ ਵੀ ਐਜੂਕੇਸ਼ਨ ਫॉर ਆਲ, ਤਾਂ ਇਹ ਉਦੇਸ਼ ਹਾਸਲ ਕਰਨ ਦੇ ਲਈ ਭਾਰਤ ਸਰਕਾਰ ਵੱਲੋਂ ਵੀ ਕਾਫੀ ਜ਼ਿਆਦਾ ਜਿਹੜੇ ਐਫਰਟਸ ਨੇ ਉਹ ਟਾਈਮ ਟੂ ਟਾਈਮ ਕੀਤੇ ਗਏ ਨੇ। ਬਹੁਤ ਸਾਰੇ ਜਿਹੜੇ ਇਨੀਸ਼ੀਏਟਿਵ ਨੇ ਉਹ ਵੀ ਕੀਤੇ ਗਏ ਨੇ। ਜਿਹੜੀ ਕੋਈ ਵੀ ਪਾਲਿਸੀ ਬਣਦੀ ਹੈ ਤਾਂ ਉਹਦਾ ਜਿਹੜਾ ਮੇਨ ਉਦੇਸ਼ ਹੁੰਦਾ ਜਾਂ ਜਿਹੜੀ ਉਹਦੀ ਜ਼ਰੂਰਤ ਹੈ ਉਹ ਇਸ ਪੱਖ ਤੋਂ ਹੁੰਦੀ ਹੈ ਤਾਂ ਜੋ ਜਿਹੜੇ ਉਦੇਸ਼ ਅਸੀਂ ਮਿੱਥੇ ਹੋਏ ਨੇ ਉਹਨਾਂ ਨੂੰ ਪ੍ਰਾਪਤ ਕਰ ਸਕੀਏ। ਉਦੇਸ਼ ਪ੍ਰਾਪਤ ਕਰਨ ਦੇ ਨਾਲ ਨਾਲ ਲੋਕਾਂ ਦੀ ਜਿਹੜੀ ਭਲਾਈ ਹੈ ਇਹਦੇ ਵਿੱਚ ਉਹ ਵੀ ਜ਼ਰੂਰੀ ਹੁੰਦੀ ਹੈ, ਕਿਉਂਕਿ ਉਦੇਸ਼ ਹੀ ਇਸ ਤਰ੍ਹਾਂ ਦੇ ਰੱਖੇ ਜਾਂਦੇ ਨੇ ਕਿ ਜਿਹਦੇ ਵਿੱਚ ਲੋਕਾਂ ਦੀ ਜਿਹੜੀ ਭਲਾਈ ਹੈ ਉਹ ਵੱਧ ਤੋਂ ਵੱਧ ਸ਼ਾਮਿਲ ਹੋਵੇ। ਅਤੇ 1986 ਦੀ ਪਾਲਿਸੀ ਦੇ ਵਿੱਚ ਇਹ ਉਲੀਕਿਆ ਗਿਆ ਸੀ ਕਿ ਵਿਕਾਸ ਦੇ ਲਈ ਅਤੇ ਜਿਹੜੀਆਂ ਨਵੀਆਂ ਨੀਤੀਆਂ ਨੇ ਕਾਰਜ ਬਣਾਉਣ ਦੇ ਲਈ ਇੱਕ ਜਿਹੜੀ 5 ਸਾਲਾਂ ਬਾਅਦ ਇੱਕ ਰਿਵਿਊ ਕੀਤਾ ਜਾਵੇਗਾ ਅਤੇ ਇਸ ਰਿਵਿਊ ਦੇ ਵਿੱਚ ਜਿਹੜੀਆਂ ਕੋਈ ਕਮੀਆਂ ਊਣਤਾਈਆਂ ਕੋਈ ਕਿਸੇ ਵੀ ਤਰ੍ਹਾਂ ਦੀਆਂ ਕਮਜ਼ੋਰੀਆਂ ਨੇ ਉਹਦੇ ਨਾਲ ਨਾਲ ਜੋ ਅਸੀਂ ਅਚੀਵਮੈਂਟਸ ਕੀਤੀਆਂ ਨੇ ਉਹਨਾਂ ਦਾ ਇਵੈਲਿਊਸ਼ਨ ਵੀ ਕਰਨਾ ਹੈ ਤਾਂ ਜੋ ਜਿਹੜੀਆਂ ਹੋਰ ਪਲੈਨਿੰਗਸ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਪਹਿਲਾਂ ਰਹਿ ਗਈਆਂ ਉਹ ਦੁਬਾਰਾ ਤੋਂ ਨਾ ਆਉਣ। ਅਤੇ ਇਹਦੇ ਨਾਲ ਹੀ ਜਿਹੜਾ ਐਜੂਕੇਸ਼ਨ ਸਿਸਟਮ ਹੈ, ਜਿਹੜੇ ਚੈਲੰਜ ਆ ਰਹੇ ਨੇ ਸਾਹਮਣੇ ਉਹਨਾਂ ਨੂੰ ਅਸੀਂ ਨੇ ਅਸੈਪਟ ਕਰਕੇ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਜਿਹੜੀ ਇੰਪਰੂਵਮੈਂਟ ਹੈ ਉਹ ਲੈ ਕੇ ਆਉਣੀ ਹੈ। ਜਿਹੜੀ 1986 ਦੀ ਪਾਲਿਸੀ ਹੈ ਉਹਦੇ ਵਿੱਚ ਇਹ ਜਿਹੜੇ ਜਿੰਨੇ ਵੀ ਰਿਵਿਊ ਹੋਏ ਸੀ ਇਸ ਪਾਲਿਸੀ ਬਣਨ ਤੋਂ ਪਹਿਲਾਂ ਉਹਦਾ ਇਹ ਨਤੀਜਾ ਹੈ ਜੋ ਕਿ 1985 ਦੇ ਬਜਟ ਸੈਸ਼ਨ ਦੇ ਵਿੱਚ ਵਿਚਾਰਿਆ ਵੀ ਗਿਆ ਸੀ, ਇਹਦੇ ਉੱਪਰ ਵਿਚਾਰ ਵੀ ਕੀਤਾ ਗਿਆ ਸੀ ਅਤੇ ਅਪਣਾਇਆ ਵੀ ਗਿਆ ਸੀ। ਉਸ ਸਮੇਂ ਜਿਹੜੇ ਰਾਜੀਵ ਗਾਂਧੀ ਉਹ ਭਾਰਤ ਦੇ ਪ੍ਰਧਾਨ ਮੰਤਰੀ ਸੀ ਅਤੇ ਇਸ ਪਾਲਿਸੀ ਦੇ ਲਈ ਜਿਹੜੇ ਆਚਾਰੀਆ ਰਾਮਾ ਮੂਰਤੀ ਸੀ ਉਹਨਾਂ ਦੇ ਦੁਆਰਾ 1990 ਦੇ ਵਿੱਚ ਕੁਛ ਜਿਹੜੀਆਂ ਸਿਫਾਰਸ਼ਾਂ ਸੀ ਉਹ ਕੀਤੀਆਂ ਗਈਆਂ ਸੀ। ਸਿੱਖਿਆ ਦੇ ਜਿਹੜਾ ਕੇਂਦਰੀ ਸਲਾਹਕਾਰ ਬੋਰਡ ਹੈ ਉਹਨੇ ਵੀ ਜੁਲਾਈ 1991 ਦੇ ਵਿੱਚ ਜਨਾਰਦਨ ਰੈੱਡੀ ਦੀ ਪ੍ਰਧਾਨਗੀ ਦੇ ਵਿੱਚ ਇੱਕ ਕਮੇਟੀ ਬਣਾਈ ਸੀ ਅਤੇ ਇਸ ਕਮੇਟੀ ਨੇ ਅਤੇ ਜਿਹੜੀਆਂ ਹੋਰ ਚੇਂਜਸ ਲਿਆਉਣ ਦੀ ਜ਼ਰੂਰਤ ਹੈ ਉਹਦੇ ਦੇ ਉੱਪਰ ਜ਼ੋਰ ਦਿੱਤਾ ਗਿਆ ਸੀ। ਫਿਰ ਜਿਹੜੀ ਅਸੀਂ 1986 ਦੀ ਪਾਲਿਸੀ ਦੀ ਗੱਲ ਕਰਦੇ ਹਾਂ, ਜਦੋਂ ਇਹਦਾ ਫਿਰ ਰਿਵਿਊ ਕੀਤਾ, ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਆਫਟਰ 5 ਈਅਰ ਰਿਵਿਊ ਹੋਣਾ ਸੀ ਇਹਦਾ ਕਿ ਕੰਮ ਕਿਸ ਤਰ੍ਹਾਂ ਦੇ ਹੋ ਰਹੇ ਨੇ, ਤਾਂ 1992 ਦੇ ਵਿੱਚ ਕਮੇਟੀ ਨੇ ਇੱਕ ਜਿਹੜੀ ਹੋਰ ਰਿਪੋਰਟ ਆ ਉਹ ਪੇਸ਼ ਕੀਤੀ ਜਿਹਨੂੰ ਕਿ ਨੈਸ਼ਨਲ ਪ੍ਰੋਗਰਾਮ ਆਫ ਐਕਸ਼ਨ 1992 ਕਿਹਾ ਜਾਂਦਾ ਹੈ। ਅਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਹੈ ਉਹ ਨੈਸ਼ਨਲ ਇੰਟੈਗ੍ਰੇਸ਼ਨ ਨੂੰ ਮਜ਼ਬੂਤ ਕਰਨਾ ਅਤੇ ਨਾਗਰਿਕਤਾ ਦੀ ਭਾਵਨਾ ਪੈਦਾ ਕਰਨਾ, ਬੱਚਿਆਂ ਦੇ ਵਿੱਚ ਸੱਭਿਆਚਾਰ ਨੂੰ ਅੱਗੋਂ ਹੋਰ ਪ੍ਰਮੋਟ ਕਰਨਾ। ਕਮੇਟੀ ਨੇ ਸਾਰੇ ਹੀ ਲੈਵਲਸ ਦੇ ਉੱਪਰ ਜਿਹੜੀ ਐਜੂਕੇਸ਼ਨ ਦੀ ਕੁਆਲਿਟੀ ਹੈ ਉਹ ਸੁਧਾਰਨ ਦੇ ਉੱਪਰ ਜ਼ੋਰ ਦਿੱਤਾ ਸੀ ਅਤੇ ਸਾਇੰਸ ਅਤੇ ਟੈਕਨੋਲੋਜੀ ਉੱਪਰ ਵੀ ਅਤੇ ਜਿਹੜੀਆਂ ਮੋਰਲ ਵੈਲਿਊਜ਼ ਨੇ ਉਹਨਾਂ ਦੀ ਡਿਵੈਲਪਮੈਂਟ ਉੱਪਰ ਜਿਹੜਾ ਪੂਰਾ ਧਿਆਨ ਦਿੱਤਾ ਗਿਆ ਸੀ। ਹੁਣ ਅਸੀਂ ਇਹਦੇ ਨਾਲ ਹੋਰ ਗੱਲ ਕਰਾਂਗੇ ਰਿਕਮੈਂਡੇਸ਼ਨਸ ਆਫ NP 1986। ਇਹਦੇ ਵਿੱਚ ਪੁਆਇੰਟਸ ਨੇ, ਪਹਿਲੇ ਦੇ ਵਿੱਚ ਤੁਸੀਂ ਬਸ ਇੱਕ ਦੋ ਜਿਹੜਾ ਪੈਰਾਗ੍ਰਾਫ ਬਣਾ ਕੇ ਲਿਖ ਦੇਣਾ ਹੈ। ਇਹਦੇ ਵਿੱਚ ਪ੍ਰੋਪਰ ਨੰਬਰ 1 ਨੰਬਰ 2 ਦੇ ਅਕੋਰਡਿੰਗ ਰਿਕਮੈਂਡੇਸ਼ਨਸ ਨੇ। ਸਭ ਤੋਂ ਪਹਿਲਾਂ ਹੈ ਟੂ ਰਿਮੂਵ ਇਨਇਕੁਆਲਿਟੀਜ਼, ਗੈਰ ਬਰਾਬਰੀਆਂ ਦਾ ਖਾਤਮਾ। ਵਿੱਦਿਅਕ ਪ੍ਰਣਾਲੀ ਵਿੱਚ ਜਿਹੜੀਆਂ ਗੈਰ ਬਰਾਬਰੀਆਂ ਨੇ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਇਸ ਪਾਲਿਸੀ ਦੇ ਉੱਪਰ ਜ਼ੋਰ ਦਿੱਤਾ ਗਿਆ, ਜਿਵੇਂ ਕਿ ਵੂਮੈਨਸ ਦੀ ਐਜੂਕੇਸ਼ਨ, ਜਿਹੜੇ SC BC OBC ਕੋਈ ਸ਼ੈਡਿਊਲਡ ਟਰਾਈਬਸ ਨੇ, ਹੈਂਡੀਕੈਪਡ ਪਰਸਨਸ ਨੇ ਜਾਂ ਮਿਨੋਰਟੀਜ਼ ਨਾਲ ਰਿਲੇਟਡ ਨੇ, ਘੱਟ ਗਿਣਤੀਆਂ ਦੇ ਲੋਕ ਨੇ, ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹਦੇ ਵੱਲ ਧਿਆਨ ਦੇਣ ਦੀ ਗੱਲ ਇਹਦੇ ਵਿੱਚ ਕੀਤੀ ਗਈ ਹੈ। ਨੈਕਸਟ ਹੈ ਅਰਲੀ ਚਾਈਲਡਹੁੱਡ ਕੇਅਰ। ਹੁਣ ਅਰਲੀ ਚਾਈਲਡਹੁੱਡ ਕੇਅਰ ਇਹ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਜੇਕਰ ਅਸੀਂ ਬੱਚੇ ਨੂੰ ਸਟਾਰਟਿੰਗ ਤੋਂ ਹੀ, ਜਦ ਤੋਂ ਬੱਚਾ ਛੋਟਾ ਹੈ, ਉਹਦੀ ਸਹੀ ਤਰੀਕੇ ਨਾਲ ਕੇਅਰ ਕਰਾਂਗੇ ਤਾਂ ਉਹ ਬੱਚਾ ਹੈਲਦੀ ਹੋਏਗਾ। ਜੇਕਰ ਬੱਚਾ ਹੈਲਦੀ ਹੈ ਤਾਂ ਉਹ ਸਹੀ ਤਰੀਕੇ ਜਿਹੜੀ ਐਜੂਕੇਸ਼ਨ ਆ ਉਹ ਲੈ ਸਕੇਗਾ। ਹੁਣ ਇਹਦੇ ਵਿੱਚ ਨਾਲ ਨਾਲ ਐਜੂਕੇਸ਼ਨ ਦੀ ਵੀ ਗੱਲ ਕਰਨੀ ਹੈ, ਉਹਨਾਂ ਦੀ ਸਾਂਭ ਸੰਭਾਲ ਵੀ ਅਤੇ ਨਾਲ ਨਾਲ ਐਜੂਕੇਸ਼ਨ ਦੀ ਵੀ। ਹੁਣ ਇਹਦੇ ਲਈ ਜਿਹੜਾ ਸਰਵ ਵਿਆਪਕ ਪਹੁੰਚ ਅਤੇ ਦਾਖਲਾ ਮੀਨ ਜਿਹੜੀ ਐਜੂਕੇਸ਼ਨ ਆ ਸਾਰੇ ਬੱਚਿਆਂ ਤੱਕ ਪਹੁੰਚ ਰੱਖਦੀ ਹੋਵੇ ਅਤੇ ਸਾਰੇ ਬੱਚਿਆਂ ਦਾ ਜਿਹੜਾ ਦਾਖਲਾ ਉਹ ਜ਼ਰੂਰੀ ਹੈ। ਅਤੇ ਜਿਹੜੇ ਬੱਚੇ 14 ਸਾਲ ਤੱਕ ਦੀ ਉਮਰ ਦੇ ਨੇ ਉਹਨਾਂ ਸਾਰਿਆਂ ਨੂੰ ਸਕੂਲ ਦੇ ਵਿੱਚ ਅਸੀਂ ਜਿਹੜੀ ਐਡਮਿਸ਼ਨ ਆ ਉਹ ਕਰਨੀ ਹੈ। ਅਤੇ ਨੈਕਸਟ ਹੈ ਨੋਨ ਫਾਰਮਲ ਐਜੂਕੇਸ਼ਨ NFE। ਹੁਣ ਜਿਹੜੀਆਂ ਨੋਨ ਫਾਰਮਲ ਐਜੂਕੇਸ਼ਨ ਦੇ ਸੈਂਟਰ ਨੇ
ਤੇ ਇਹਨਾਂ ਰਿਲੇਟਡ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੇ ਵਿੱਚ ਵਾਧਾ ਕਰਨ ਬਾਰੇ ਇਹਦੇ ਵਿੱਚ ਸਿਫਾਰਿਸ਼ ਕੀਤੀ ਗਈ, ਜਿਨ੍ਹਾਂ ਨੂੰ ਮੀਨਜ਼ ਰਸਮੀ ਜਿਹੜੀ ਐਜੂਕੇਸ਼ਨ ਸਹੂਲਤਾਂ ਦੇ ਪੱਧਰ ਤੱਕ ਲਿਆਂਦਾ ਜਾਏਗਾ, ਜਿਸ ਵਿੱਚ ਜਿਹੜੇ ਸਿਖਲਾਈ ਪ੍ਰਾਪਤ ਅਧਿਆਪਕ ਹੋਣਗੇ ਤੇ ਜਿਹੜੇ ਕਿ ਗੈਰ ਰਸਮੀ ਸਿੱਖਿਆ ਨੌਨ ਫਾਰਮਲ ਐਜੂਕੇਸ਼ਨ ਵਿੱਚੋਂ ਸਫਲ ਹੋਣ ਵਾਲੇ ਵਿਦਿਆਰਥੀਆਂ ਦੀ ਜਿਹੜੀ ਰਸਮੀ ਸਿੱਖਿਆ ਪ੍ਰਣਾਲੀ ਹੈ ਉਸ ਪ੍ਰਣਾਲੀ ਦੇ ਵਿੱਚ ਦਾਖਲ ਹੋ ਸਕਣ, ਕਿਉਂਕਿ ਸਾਰੇ ਬੱਚੇ ਜਿਹੜੀ ਫਾਰਮਲ ਐਜੂਕੇਸ਼ਨ ਹੈ ਉਹ ਨਹੀਂ ਪ੍ਰਾਪਤ ਕਰ ਸਕਦੇ। ਇਸ ਕਰਕੇ ਇਸ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ ਕਿ ਜਿਹੜੀ ਨੌਨ ਫਾਰਮਲ ਐਜੂਕੇਸ਼ਨ ਹੈ ਇਹਦੇ ਵੱਲ ਵੀ ਜਿਹੜਾ ਸਹੀ ਧਿਆਨ ਦੇਣਾ ਜ਼ਰੂਰੀ ਹੈ। ਨੈਕਸਟ ਹੈ ਪ੍ਰੋਬਲਮ ਆਫ ਵੇਸਟੇਜ ਐਂਡ ਸਟੈਗਨੇਸ਼ਨ, ਖੜੋਤ ਅਤੇ ਬਰਬਾਦੀ ਦੀ ਸਮੱਸਿਆ। ਇਸ ਪਾਲਿਸੀ ਦੇ ਅਕੋਰਡਿੰਗ ਕੀ ਹੈ ਵੀ ਜਿਹੜੇ ਬੱਚੇ ਸਕੂਲ ਕਿਸੇ ਵੀ ਰੀਜ਼ਨ ਕਰਕੇ ਛੱਡ ਜਾਂਦੇ ਨੇ ਉਹਨਾਂ ਨੂੰ ਸਕੂਲ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਨੂੰ ਪੱਕਾ ਬਣਾ ਕੇ ਰੱਖਣਾ ਹੈ, ਤਾਂ ਜੋ ਜਿਹੜੇ ਬੱਚੇ ਨੇ ਉਹ ਕਿਸੇ ਵੀ ਰੀਜ਼ਨ ਕਰਕੇ ਸਕੂਲ ਨਾ ਛੱਡ ਸਕਣ, ਕਿਉਂਕਿ ਜੇ ਬੱਚਾ ਇਕੋਨੋਮਿਕਲੀ ਸਾਊਂਡ ਨਹੀਂ ਹੈ ਤਾਂ ਉਹ ਬੱਚਾ ਸਕੂਲ ਛੱਡ ਸਕਦਾ ਹੈ। ਬੱਚੇ ਨੂੰ ਕੋਈ ਪ੍ਰੋਬਲਮ ਹੈ ਜਾਂ ਬੱਚੇ ਦਾ ਪੜ੍ਹਨ ਦੇ ਵਿੱਚ ਇੰਟਰਸਟ ਨਹੀਂ ਜਾਂ ਕੋਈ ਹੋਰ ਪ੍ਰੋਬਲਮ ਹੈ ਸਕੂਲ ਦੇ ਵਿੱਚ ਜਾਂ ਘਰ ਦੇ ਵਿੱਚ, ਤਾਂ ਅਸੀਂ ਇਸ ਪ੍ਰੋਬਲਮ ਨੂੰ ਦੂਰ ਕਰਨਾ ਹੈ। ਮੀਨਜ਼ ਅਸੀਂ ਬੱਚਿਆਂ ਨੂੰ ਦੇਖਣਾ ਹੈ ਕਿ ਬੱਚਾ ਸਕੂਲ ਕਿਉਂ ਨਹੀਂ ਆ ਰਿਹਾ, ਅਤੇ ਬੱਚੇ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਦੂਰ ਕਰਕੇ ਜਿਹੜੀ ਪ੍ਰੋਬਲਮ ਵੇਸਟੇਜ ਦੀ ਆ ਰਹੀ ਅਤੇ ਸਟੈਗਨੇਸ਼ਨ ਦੀ ਆ ਰਹੀ ਹੈ ਉਹਨੂੰ ਅਸੀਂ ਨੇ ਖਤਮ ਕਰਨਾ ਹੈ, ਤਾਂ ਜੋ ਸਾਰੇ ਜਿਹੜੇ ਬੱਚੇ ਨੇ 14 ਸਾਲ ਤੱਕ ਦੇ ਉਹ ਜਿਹੜੀ ਆਪਣੀ ਮੁੱਢਲੀ ਐਜੂਕੇਸ਼ਨ ਆ ਉਹਨੂੰ ਪੂਰਾ ਕਰ ਸਕਣ। ਹੁਣ ਇਹਦੇ ਵਿੱਚ ਜੇਕਰ ਬੱਚਾ ਪੜ੍ਹਨੋਂ ਹਟ ਜਾਂਦਾ ਹੈ ਤਾਂ ਉਹਦੇ ਪਹਿਲਾਂ ਪੜ੍ਹੇ ਹੋਏ ਸਾਰੇ ਸਾਲ ਵੇਸਟ ਜਾਣਗੇ। ਜੇਕਰ ਬੱਚਾ ਫੇਲ ਹੋ ਜਾਂਦਾ ਹੈ ਤਾਂ ਵੀ ਉਹਦਾ 1 ਈਅਰ ਦਾ ਸਾਰਾ ਟਾਈਮ, ਮਨੀ, ਐਨਰਜੀ ਵੇਸਟ ਜਾਏਗੀ ਅਤੇ ਸਟੈਗਨੇਸ਼ਨ ਆ ਜਾਏਗੀ। ਸਟੈਗਨੇਸ਼ਨ ਹੁੰਦਾ ਹੈ ਖੜੋਤ ਆ ਜਾਣਾ। ਅਸੀਂ ਇਹਨਾਂ ਚੀਜ਼ਾਂ ਨੂੰ ਇਸ ਨੂੰ ਰੋਕਣਾ ਹੈ, ਇਸ ਪਾਲਿਸੀ ਦੇ ਵਿੱਚ ਇਹ ਗੱਲ ਕੀਤੀ ਗਈ ਹੈ। ਨੈਕਸਟ ਹੈ ਚਾਈਲਡ ਸੈਂਟਰਡ ਅਪਰੋਚ, ਬੱਚਾ ਕੇਂਦਰਿਤ ਪਹੁੰਚ। ਹੁਣ ਜਿਹੜੀ ਐਜੂਕੇਸ਼ਨ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਸ ਪਾਲਿਸੀ ਦੇ ਅਕੋਰਡਿੰਗ? ਚਾਈਲਡ ਸੈਂਟਰਡ ਮੀਨਜ਼ ਬੱਚੇ ਦੀਆਂ ਜਿਹੜੀਆਂ ਵਿਅਕਤੀਗਤ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਵਾਲੀ ਹੋਣੀ ਚਾਹੀਦੀ ਹੈ, ਅਤੇ ਜਿਹੜੀ ਕਾਰਪੋਰਲ ਪਨਿਸ਼ਮੈਂਟ ਹੈ ਉਹ ਨਹੀਂ ਹੋਣੀ ਚਾਹੀਦੀ। ਆਪਰੇਸ਼ਨ ਬਲੈਕਬੋਰਡ ਦੀ ਜਿਹੜੀ ਮੁਹਿੰਮ ਹੈ ਉਹ ਇਹਦੇ ਵਿੱਚ ਚਲਾਈ ਗਈ ਹੈ, ਜਿਹਦੇ ਵਿੱਚ ਇੱਕ ਜਮਾਤ ਦੇ ਵਿੱਚ ਜਿਹੜਾ ਇੱਕ ਅਧਿਆਪਕ ਹੋਏਗਾ ਅਤੇ ਸਾਰੀਆਂ ਜਿਹੜੀਆਂ ਫੈਸਿਲਿਟੀਜ਼ ਨੇ ਜ਼ਰੂਰੀ ਉਹ ਹੋਣਗੀਆਂ। ਨੈਕਸਟ ਹੈ ਕੁਆਲਿਟੀ ਇਨ ਹਾਇਰ ਐਜੂਕੇਸ਼ਨ, ਉੱਚ ਸਿੱਖਿਆ ਵਿੱਚ ਗੁਣਵੱਤਾ। ਅਗਲੀ ਜਿਹੜੀ ਸਿਫਾਰਿਸ਼ ਉਹ ਇਹ ਕੀਤੀ ਸੀ ਕਿ ਜਿਹੜੀ ਹਾਇਰ ਐਜੂਕੇਸ਼ਨ ਹੈ ਅਤੇ ਸੈਕੰਡਰੀ ਐਜੂਕੇਸ਼ਨ ਦੇ ਬੋਰਡ ਨੇ ਉਹਨਾਂ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇਗੀ, ਤਾਂ ਜੋ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਦੇ ਵਿੱਚ ਕੁਆਲਿਟੀ ਪੈਦਾ ਹੋ ਸਕੇ। ਹੁਣ ਇਹਦੇ ਨਾਲ ਕੀ ਹੋਏਗਾ, ਜਦੋਂ ਖੁਦ ਫੈਸਲੇ ਲੈ ਸਕਣਗੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਵਾਲੇ ਤਾਂ ਐਜੂਕੇਸ਼ਨ ਕੁਆਲਿਟੀ ਦੀ ਆਟੋਮੈਟਿਕਲੀ ਦਿੱਤੀ ਜਾਏਗੀ। ਨੈਕਸਟ ਜਿਹੜੀ ਸਿਫਾਰਿਸ਼ ਹੈ ਉਹ ਹੈ ਐਫੀਸ਼ੀਐਂਟ ਵਰਕਿੰਗ ਇਨ ਐਜੂਕੇਸ਼ਨ ਸਿਸਟਮ, ਸਿੱਖਿਆ ਪ੍ਰਣਾਲੀ ਦਾ ਸੁਚਾਰੂ ਢੰਗ ਨਾਲ ਕੰਮ ਕਰਨਾ। ਐਜੂਕੇਸ਼ਨ ਸਿਸਟਮ ਨੂੰ ਸਹੀ ਢੰਗ ਨਾਲ ਚਲਾਉਣ ਦੇ ਲਈ 4 ਜਿਹੜੇ ਸਟੈਪ ਨੇ ਉਹ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ ਅਧਿਆਪਕਾਂ ਨੂੰ ਜਿਹੜੀਆਂ ਸੈਲਰੀਜ਼ ਨੇ ਉਹ ਵਧੀਆ ਦੇਣਾ ਅਤੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪਣਾ। ਫਿਰ ਜਿਹੜੀਆਂ ਵਿਦਿਆਰਥੀਆਂ ਨੂੰ ਅਸੀਂ ਸਰਵਿਸਿਜ਼ ਦੇ ਰਹੇ ਹਾਂ, ਕੋਈ ਵੀ ਫੈਸਿਲਿਟੀਜ਼ ਦੇ ਰਹੇ ਹਾਂ, ਉਹਨਾਂ ਦੇ ਵਿੱਚ ਸੁਧਾਰ ਕਰਨਾ। ਬਿਹੇਵੀਅਰ ਦੇ ਕੁਛ ਜਿਹੜੇ ਖਾਸ ਨਿਯਮ ਨੇ ਉਹਨਾਂ ਦੀ ਪਾਲਣਾ ਕਰਨ ਦੇ ਉਹਨਾਂ ਨੂੰ ਯੋਗ ਬਣਾਉਣਾ। ਵਧੀਆ ਸਹੂਲਤਾਂ ਦੇਣੀਆਂ ਅਤੇ ਉਹਨਾਂ ਲਈ ਹਦਾਇਤਾਂ ਵੀ ਦੇਣੀਆਂ ਕੁਛ। ਫਿਰ ਜਿਹੜੀ ਪਰਫੋਰਮੈਂਸ ਇਵੈਲੂਏਸ਼ਨ ਹੈ ਉਹਦੇ ਲਈ ਸਟੇਟ ਅਤੇ ਨੈਸ਼ਨਲ ਪੱਧਰ 'ਤੇ ਜਿਹੜਾ ਇੱਕ ਸਟੈਂਡਰਡ ਹੈ ਉਹ ਸਥਾਪਿਤ ਕਰਨਾ। ਨੈਕਸਟ ਹੈ ਮੋਰਲ ਵੈਲਿਊ ਬੇਸਡ ਐਜੂਕੇਸ਼ਨ, ਜਿਹੜੀ ਐਜੂਕੇਸ਼ਨ ਹੈ ਉਹ ਮੋਰਲ ਵੈਲਿਊਜ਼ ਦੇ ਉੱਪਰ ਸਾਰੀ ਆਧਾਰਿਤ ਹੋਣੀ ਚਾਹੀਦੀ ਹੈ, ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹ ਸਹੀ ਤਰੀਕੇ ਨਾਲ ਐਜੂਕੇਸ਼ਨ ਲੈ ਕੇ ਇੱਕ ਵਧੀਆ ਜਿਹੜੇ ਨਾਗਰਿਕ ਨੇ ਉਹ ਬਣ ਸਕਣ। ਨੈਕਸਟ ਹੈ ਡਿਵੈਲਪਮੈਂਟ ਆਫ ਲੋਕਲ ਲੈਂਗੁਏਜ, ਜਿਹੜੀਆਂ ਸਥਾਨਕ ਭਾਸ਼ਾਵਾਂ ਨੇ ਉਹਨਾਂ ਦਾ ਵਿਕਾਸ ਕਰਨਾ। 1986 ਦੀ ਪਾਲਿਸੀ ਦਾ ਅਗਲੀ ਜਿਹੜੇ ਉਦੇਸ਼ ਹੈ ਉਹ ਇਹ ਹੈ, ਰਿਕਮੈਂਡੇਸ਼ਨ ਇਹ ਸੀ ਕਿ ਜਿਹੜੀਆਂ ਲੋਕਲ ਭਾਸ਼ਾਵਾਂ ਨੇ ਲੋਕਲ ਲੈਵਲ 'ਤੇ ਬੋਲੀਆਂ ਜਾਂਦੀਆਂ ਨੇ ਉਹਨਾਂ ਦਾ ਵਿਕਾਸ ਕੀਤਾ ਜਾਵੇ, ਤਾਂ ਜੋ ਜਿਹੜੇ ਵਿਦਿਆਰਥੀ ਲੋਕਲ ਲੈਵਲ 'ਤੇ ਜਿਸ ਤਰ੍ਹਾਂ ਦੀ ਭਾਸ਼ਾ ਉੱਥੇ ਬੋਲੀ ਜਾ ਰਹੀ ਹੈ ਉਹਦੇ ਵਿੱਚ ਆਪਣੀ ਜਿਹੜੀ ਐਜੂਕੇਸ਼ਨ ਉਹ ਕੰਪਲੀਟ ਕਰ ਸਕਣ। ਮੋਰ ਲਾਇਬ੍ਰੇਰੀਜ਼ ਵਿਦ ਗੁੱਡ ਬੁੱਕਸ, ਅਤੇ ਜਿਹੜੀਆਂ ਲਾਇਬ੍ਰੇਰੀਜ਼ ਨੇ ਉਹਨਾਂ ਦੇ ਵਿੱਚ ਚੰਗੀਆਂ ਕਿਤਾਬਾਂ ਹੋਣ ਅਤੇ ਉਹਨਾਂ ਦੇ ਵਿੱਚ ਜਿਹੜੀ ਸਹੀ ਇੰਪਰੂਵਮੈਂਟ ਹੈ ਉਹ ਕੀਤੀ ਜਾਵੇ। ਲਾਇਬ੍ਰੇਰੀ ਦੇ ਵਿੱਚ ਜਿਹੜਾ ਸੁਧਾਰ ਹੈ ਉਹ ਕੀਤਾ ਜਾਵੇ। ਨੈਕਸਟ ਹੈ ਅਵੇਲੇਬਿਲਿਟੀ ਆਫ ਕੁਆਲੀਟੇਟਿਵ ਬੁੱਕਸ, ਜਿਹੜੀਆਂ ਬੁੱਕਸ ਨੇ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀਆਂ ਨੇ ਜਿਨ੍ਹਾਂ ਦੇ ਵਿੱਚ ਕੁਆਲਿਟੀ ਹੋਵੇ, ਭਾਵੇਂ ਬੱਚਾ ਪਾਠਕ੍ਰਮ ਦੇ ਨਾਲ ਰਿਲੇਟਡ ਪੜ੍ਹ ਰਿਹਾ ਹੈ, ਭਾਵੇਂ ਬੱਚਾ ਲਾਇਬ੍ਰੇਰੀ ਦੇ ਵਿੱਚੋਂ ਇਸ਼ੂ ਕਰਵਾ ਕੇ ਪੜ੍ਹ ਰਿਹਾ ਹੈ। ਮੀਨਜ਼ ਕੁਆਲਿਟੀ ਵਾਲੀਆਂ ਜਿਹੜੀਆਂ ਬੁੱਕਸ ਨੇ ਉਹ ਅਵੇਲੇਬਲ ਹੋਣੀਆਂ ਜ਼ਰੂਰੀ ਨੇ। ਮੋਰ ਇਫੈਕਟਿਵ ਇਵੈਲਿਊਸ਼ਨ ਸਿਸਟਮ, ਜਿਹੜਾ ਇਵੈਲਿਊਸ਼ਨ ਸਿਸਟਮ ਹੈ ਉਹ ਵੀ ਬਹੁਤ ਜ਼ਿਆਦਾ ਇਫੈਕਟਿਵ ਹੋਣਾ ਚਾਹੀਦਾ, ਪ੍ਰਭਾਵਸ਼ਾਲੀ ਹੋਣਾ ਚਾਹੀਦਾ, ਜਿਹਦੇ ਨਾਲ ਅਸੀਂ ਸਹੀ ਤਰੀਕੇ ਨਾਲ ਬੱਚੇ ਦੀ ਜਿਹੜੀ ਇਵੈਲਿਊਸ਼ਨ ਹੈ, ਬੱਚੇ ਦਾ ਜਿਹੜਾ ਮੁਲਾਂਕਣ ਹੈ ਉਹ ਕਰ ਸਕੀਏ, ਤਾਂ ਜੋ ਅਸੀਂ ਬੱਚੇ ਨੈਕਸਟ ਕਲਾਸ ਦੇ ਵਿੱਚ ਪ੍ਰਮੋਟ ਕਰਨ ਤੋਂ ਪਹਿਲਾਂ ਇਹ ਦੇਖ ਸਕੀਏ ਕਿ ਬੱਚਾ ਕਿਸ ਫੀਲਡ ਦੇ ਵਿੱਚ ਕਿਸ ਤਰੀਕੇ ਜਿਹੜੀ ਪਰਫੋਰਮੈਂਸ ਹੈ ਉਹ ਦੇ ਰਿਹਾ ਹੈ। ਨੈਕਸਟ ਹੈ ਪਾਰਟੀਸਪੇਸ਼ਨ ਆਫ ਚਿਲਡਰਨ,
ਅਗਲੀ ਜਿਹੜੀ ਰਿਕਮੈਂਡੇਸ਼ਨ ਹੈ ਵੀ ਜਿਹੜੇ ਬੱਚੇ ਨੇ ਉਹ ਵੱਧ ਤੋਂ ਵੱਧ ਪਾਰਟਿਸਿਪੇਟ ਕਰਨ ਕਿਹਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਜ਼ ਦੇ ਵਿੱਚ, ਤਾਂ ਜੋ ਜਿਹੜਾ ਬੱਚਾ ਹੈ ਉਹ ਵਧੀਆ ਤਰੀਕੇ ਨਾਲ ਐਜੂਕੇਸ਼ਨ ਲੈ ਸਕੇ। ਕਿਉਂਕਿ ਅਸੀਂ ਕੀ ਗੱਲ ਕਰਦੇ ਹਾਂ ਕਿ ਜਿਹੜੀ ਐਜੂਕੇਸ਼ਨ ਉਹ ਚਾਈਲਡ ਸੈਂਟਰਡ ਹੋਣੀ ਚਾਹੀਦੀ ਹੈ। ਨੈਕਸਟ ਹੈ ਟੀਚਰ ਟ੍ਰੇਨਿੰਗ। ਜਿਹੜੇ ਟੀਚਰਸ ਨੇ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾਵੇ, ਤਾਂ ਜੋ ਜਿਹੜੇ ਟੀਚਰ ਨੇ ਉਹ ਸਹੀ ਤਰੀਕੇ ਨਾਲ ਜਿਹੜੀਆਂ ਨਵੀਆਂ ਟੈਕਨੀਕਸ ਨੇ, ਨਵੀਂ ਕੋਈ ਟੈਕਨੋਲੋਜੀ ਆ ਰਹੀ ਹੈ ਉਹਨੂੰ ਸਿੱਖ ਕੇ ਉਸ ਤਰੀਕੇ ਨਾਲ ਹੀ ਕਲਾਸ ਦੇ ਵਿੱਚ ਪੜ੍ਹਾ ਸਕਣ। ਨੈਕਸਟ ਹੈ ਕੰਟੀਨਿਊਅਲ ਟੀਚਰ ਟ੍ਰੇਨਿੰਗ। ਤੇ ਜਿਹੜੀ ਟੀਚਰ ਟ੍ਰੇਨਿੰਗ ਹੈ ਉਹ ਵੀ ਕੰਟੀਨਿਊ ਹੋਣੀ ਜ਼ਰੂਰੀ ਹੈ ਟੀਚਰਸ ਦੀ। ਭਾਵੇਂ ਟੀਚਰ ਦਾ ਕਿੰਨਾ ਕੁ ਟਾਈਮ ਰਹਿੰਦਾ ਹੈ ਰਿਟਾਇਰ ਹੋਣ ਦੇ ਵਿੱਚ, ਭਾਵੇਂ ਨਵਾਂ ਜੁਆਇਨ ਕੀਤਾ ਹੈ, ਬਟ ਉਹਨਾਂ ਨੂੰ ਜਿਹੜੀ ਟਾਈਮ ਟੂ ਟਾਈਮ ਟ੍ਰੇਨਿੰਗ ਹੈ ਥਰੂ ਵਰਕਸ਼ਾਪਸ ਜਾਂ ਕੋਈ ਸੈਮੀਨਾਰ ਵਗੈਰਾ ਲਗਾ ਕੇ ਦਿੱਤੀ ਜਾਣੀ ਚਾਹੀਦੀ ਹੈ। ਨੈਕਸਟ ਵਰਕ ਐਕਸਪੀਰੀਅੰਸ। ਇਸ ਪਾਲਿਸੀ ਦੇ ਵਿੱਚ ਜਿਹੜੀ ਅਗਲੀ ਰਿਕਮੈਂਡੇਸ਼ਨ ਉਹ ਹੀ ਦਿੱਤੀ ਗਈ ਕਿ ਜਿਹੜਾ ਵਰਕ ਐਕਸਪੀਰੀਅੰਸ ਹੈ ਇਹਦੇ ਉੱਪਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਜ਼ੋਰ ਦੇਣ ਦਾ ਮਤਲਬ ਕਿ ਬੱਚਿਆਂ ਨੂੰ ਅਸੀਂ ਹੱਥੀਂ ਕੰਮ ਕਰਨਾ ਸਿਖਾਉਣਾ ਹੈ, ਤਾਂ ਜੋ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਰਤ ਦੇ ਪ੍ਰਤੀ ਜਿਹੜਾ ਉਹ ਸਤਿਕਾਰ ਹੈ ਪੈਦਾ ਉਹਨਾਂ ਦੇ ਮਨ ਦੇ ਵਿੱਚ ਹੋ ਸਕੇ ਤੇ ਉਹ ਬੱਚੇ ਮਿਹਨਤ ਕਰਨ ਵਾਲੇ ਬਣ ਸਕਣ। ਨੈਕਸਟ ਹੈ ਫਾਈਨਾਂਸਿੰਗ ਇਜ਼ ਰਿਸਪੌਂਸਿਬਿਲਿਟੀ ਆਫ ਗਵਰਨਮੈਂਟ। ਅਗਲੀ ਰਿਕਮੈਂਡੇਸ਼ਨ ਇਹ ਕੀਤੀ ਕਿ ਜਿਹੜੀ ਫਾਈਨਾਂਸ ਪ੍ਰੋਵਾਈਡ ਕਰਨ ਦੀ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਹੋਏਗੀ। ਕਿਉਂਕਿ ਸਰਕਾਰ ਭਾਵੇਂ ਕਿਸੇ ਵੀ ਸਕੂਲ ਹੈ, ਭਾਵੇਂ ਕੋਈ ਕਾਲਜ ਹੈ, ਭਾਵੇਂ ਕਿਸੇ ਤਰ੍ਹਾਂ ਦੀ ਕੋਈ ਵੀ ਇੰਸਟੀਟਿਊਟ ਹੈ, ਉਹਨੂੰ ਜਦੋਂ ਸਰਕਾਰ ਫਾਈਨੈਂਸ਼ੀਅਲ ਏਡ ਦੇਏਗੀ ਤਾਂ ਜਿਹੜੀਆਂ ਇਹ ਇੰਸਟੀਟਿਊਟਸ ਨੇ ਆਟੋਮੈਟਿਕਲੀ ਸਰਵਾਈਵ ਕਰਨਗੀਆਂ, ਇਹਨਾਂ ਦੀ ਜਿਹੜੀ ਡਿਵੈਲਪਮੈਂਟ ਆ ਉਹ ਹੋਏਗੀ ਅਤੇ ਇਹਦੇ ਨਾਲ ਹੀ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੀ ਵਧੀਆ ਐਜੂਕੇਸ਼ਨ ਆ ਉਹ ਦਿੱਤੀ ਜਾ ਸਕੇਗੀ ਅਤੇ ਉਹਨਾਂ ਨੂੰ ਜਿਹੜੀਆਂ ਵਧੀਆ ਸਹੂਲਤਾਂ ਨੇ ਉਹ ਵੀ ਪ੍ਰੋਵਾਈਡ ਕਰਵਾਈਆਂ ਜਾਣਗੀਆਂ। ਮੇਨ ਜਿਹੜੀ ਰਿਸਪੌਂਸਿਬਿਲਿਟੀ ਹੈ ਫਾਈਨਾਂਸ ਦੇ ਨਾਲ ਰਿਲੇਟਡ ਉਹ ਸਰਕਾਰ ਦੀ ਹੋਏਗੀ। ਨੈਕਸਟ ਹੈ ਮੈਨੇਜਮੈਂਟ ਆਫ ਐਜੂਕੇਸ਼ਨ ਐਟ ਆਲ ਲੈਵਲਸ। ਕਿ ਜਿਹੜੀ ਐਜੂਕੇਸ਼ਨ ਹੈ ਉਹਦਾ ਪ੍ਰਬੰਧ ਸਾਰੇ ਹੀ ਲੈਵਲਸ ਦੇ ਉੱਪਰ ਕਰਨਾ ਹੈ, ਜਿਵੇਂ ਕਿ ਨੈਸ਼ਨਲ ਲੈਵਲ 'ਤੇ, ਰਾਜ ਲੈਵਲ 'ਤੇ, ਸਟੇਟ ਲੈਵਲ 'ਤੇ ਹੋ ਗਿਆ, ਡਿਸਟ੍ਰਿਕਟ ਅਤੇ ਲੋਕਲ ਲੈਵਲ 'ਤੇ। ਮੀਨਜ਼ ਸਿੱਖਿਆ ਦਾ ਜਿਹੜਾ ਮੈਨੇਜਮੈਂਟ ਹੈ, ਪ੍ਰਬੰਧ ਹੈ, ਸਹੀ ਤਰੀਕੇ ਨਾਲ ਹੋਣਾ ਚਾਹੀਦਾ ਹੈ। ਹੁਣ ਜੇਕਰ ਅਸੀਂ ਕਿਸੇ ਇੱਕ ਲੈਵਲ ਦੀ ਗੱਲ ਕਰਾਂਗੇ ਤਾਂ ਜਿਹੜੀ ਐਜੂਕੇਸ਼ਨ ਉਹ ਸਹੀ ਤਰੀਕੇ ਨਾਲ ਨਹੀਂ ਦਿੱਤੀ ਜਾਏਗੀ। ਪਾਲਿਸੀ ਨੇ ਇਹਨਾਂ ਸਾਰਿਆਂ ਦੇ ਉੱਪਰ ਨੈਸ਼ਨਲ ਲੈਵਲ 'ਤੇ, ਸਟੇਟ 'ਤੇ, ਡਿਸਟ੍ਰਿਕਟ 'ਤੇ ਅਤੇ ਲੋਕਲ ਲੈਵਲ ਦੇ ਉੱਪਰ ਸਿੱਖਿਆ ਦੀ ਜਿਹੜੀ ਯੋਜਨਾਬੰਦੀ ਹੈ, ਪ੍ਰਬੰਧਨ ਹੈ, ਉਹਦੀ ਸਮੁੱਚੇ ਪ੍ਰਣਾਲੀ ਨੂੰ ਰੀਓਰੀਐਂਟ ਕਰਨ ਦੇ ਲਈ ਇੱਕ ਜਿਹੜਾ ਪੂਰਾ ਸੈਕਸ਼ਨ ਹੈ, ਭਾਗ ਹੈ, ਸਮਰਪਿਤ ਕੀਤਾ। ਨੈਕਸਟ ਹੈ ਵੋਕੇਸ਼ਨਲਾਈਜੇਸ਼ਨ ਆਫ ਐਜੂਕੇਸ਼ਨ। ਅਗਲੀ ਰਿਕਮੈਂਡੇਸ਼ਨ ਕਿ ਜਿਹੜੀ ਐਜੂਕੇਸ਼ਨ ਹੈ ਉਹ ਵੋਕੇਸ਼ਨਲਾਈਜੇਸ਼ਨ ਉਹਦਾ ਕੀਤਾ ਜਾਣਾ ਚਾਹੀਦਾ, ਤਾਂ ਜੋ ਜਿਹੜੇ ਬੱਚੇ ਨੇ ਉਹ ਕਿਸੇ ਨਾ ਕਿਸੇ ਕਿੱਤੇ ਦੇ ਨਾਲ ਜੁੜ ਸਕਣ, ਜੇਕਰ ਅਸੀਂ ਉਹਨਾਂ ਨੂੰ ਪਹਿਲਾਂ ਹੀ ਜਿਹੜੀ ਵੋਕੇਸ਼ਨਲ ਐਜੂਕੇਸ਼ਨ ਆ ਉਹ ਪ੍ਰੋਵਾਈਡ ਕਰ ਰਹੇ ਹਾਂ। ਨੈਕਸਟ ਹੈ ਪ੍ਰਜ਼ਰਵੇਸ਼ਨ ਆਫ ਕਲਚਰ ਐਂਡ ਸਿਵਲਾਈਜੇਸ਼ਨ। ਅਗਲੀ ਜਿਹੜੀ ਰਿਕਮੈਂਡੇਸ਼ਨ ਇਹ ਹੈ ਇਸ ਪਾਲਿਸੀ ਦੇ ਵਿੱਚ ਕਿ ਆਪਣਾ ਜਿਹੜਾ ਕਲਚਰ ਹੈ ਅਤੇ ਸਿਵਲਾਈਜੇਸ਼ਨ ਹੈ, ਸੱਭਿਅਤਾ ਹੈ, ਉਹਨੂੰ ਅਸੀਂ ਨੇ ਪ੍ਰਜ਼ਰਵ ਕਰਕੇ ਰੱਖਣਾ ਹੈ, ਸੰਭਾਲ ਕੇ ਰੱਖਣਾ ਹੈ। ਸੰਭਾਲ ਕੇ ਕਿਵੇਂ ਰੱਖਿਆ ਜਾ ਸਕੇਗਾ? ਜਦੋਂ ਅਸੀਂ ਵਧੀਆ ਤਰੀਕੇ ਨਾਲ ਜਿਹੜੀ ਐਜੂਕੇਸ਼ਨ ਆ ਉਹ ਪ੍ਰੋਵਾਈਡ ਕਰਵਾ ਰਹੇ ਹੋਵਾਂਗੇ, ਤਾਂ ਉਹਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹ ਵੀ ਔਰਗਨਾਈਜ਼ ਕੀਤੀਆਂ ਜਾਣਗੀਆਂ, ਜਿਹਦੇ ਨਾਲ ਜਿਹੜਾ ਸਾਡਾ ਕਲਚਰ ਹੈ ਅਤੇ ਸਿਵਲਾਈਜੇਸ਼ਨ ਆ ਉਹ ਸੰਭਾਲ ਕੇ ਰੱਖਿਆ ਜਾ ਸਕੇਗਾ। ਨੈਕਸਟ ਹੈ ਅਡਲਟ ਐਜੂਕੇਸ਼ਨ। ਅਗਲੀ ਰਿਕਮੈਂਡੇਸ਼ਨ ਇਹ ਸੀ ਇਸ ਪਾਲਿਸੀ ਦੀ ਕਿ ਜਿਹੜੇ ਅਡਲਟਸ ਨੇ 17 ਤੋਂ 35 ਸਾਲ ਤੱਕ ਦੇ ਜਾਂ 18 ਤੋਂ 35 ਸਾਲ ਤੱਕ ਦੇ, ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਅਤੇ ਉਹਨਾਂ ਨੂੰ ਐਜੂਕੇਟ ਕਰਨ ਦੇ ਨਾਲ ਨਾਲ ਵੱਖ-ਵੱਖ ਤਰ੍ਹਾਂ ਦੀ ਜਿਹੜੀ ਵੋਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਟ੍ਰੇਨਿੰਗ ਹੈ ਉਹ ਦਿੱਤੀ ਜਾਵੇ, ਤਾਂ ਜੋ ਉਹ ਸਹੀ ਤਰੀਕੇ ਨਾਲ ਆਪਣਾ ਜਿਹੜਾ ਕੰਮ ਹੈ ਉਹ ਚੂਜ਼ ਕਰ ਸਕਣ ਅਤੇ ਸਹੀ ਥਾਂ 'ਤੇ ਐਡਜਸਟਮੈਂਟ ਉਹਨਾਂ ਦੀ ਹੋ ਸਕੇ। ਨੈਕਸਟ ਹੈ ਡਿਵੈਲਪਮੈਂਟ ਆਫ ਹਿਊਮਨ ਪਾਵਰ। ਫਿਰ ਜਿਹੜੀ ਮਨੁੱਖੀ ਸ਼ਕਤੀ ਆ ਉਹਦਾ ਵਿਕਾਸ ਕਰਨ ਦੇ ਉੱਪਰ ਵੀ ਇਸ ਪਾਲਿਸੀ ਦੇ ਵਿੱਚ ਜ਼ੋਰ ਦਿੱਤਾ ਗਿਆ, ਕਿਉਂਕਿ ਜਿਹੜਾ ਕਿਸੇ ਵੀ ਦੇਸ਼ ਦੇ ਅਸੀਂ ਹਿਊਮਨ ਪਾਵਰ ਦੀ ਗੱਲ ਕਰੀਏ, ਜੇਕਰ ਉਹਦੀ ਡਿਵੈਲਪਮੈਂਟ ਹੋਈ ਹੁੰਦੀ ਹੈ ਤਾਂ ਹੀ ਜਿਹੜੇ ਕੰਟਰੀ ਨੇ ਉਹ ਅੱਗੋਂ ਵਿਕਾਸ ਦੇ ਰਾਹ 'ਤੇ ਤੁਰਦੇ ਨੇ। ਡਿਵੈਲਪਮੈਂਟ ਹੋਣੀ ਜ਼ਰੂਰੀ ਹੈ। ਡਿਵੈਲਪਮੈਂਟ ਕਿਸ ਤਰੀਕੇ ਨਾਲ ਹੋ ਸਕਦੀ ਹੈ? ਸਿਰਫ ਐਜੂਕੇਸ਼ਨ ਦੇ ਨਾਲ। ਐਜੂਕੇਸ਼ਨ ਦੇ ਵਿੱਚ ਭਾਵੇਂ ਅਸੀਂ ਵੋਕੇਸ਼ਨਲ ਐਜੂਕੇਸ਼ਨ ਦੀ ਗੱਲ ਕਰ ਲਈਏ, ਭਾਵੇਂ ਅਸੀਂ ਬੱਚਿਆਂ ਨੂੰ ਜਿਹੜੀ ਕੋਈ ਮੋਰਲ ਵੈਲਿਊਜ਼ ਦੀ ਟ੍ਰੇਨਿੰਗ ਦੇ ਰਹੇ ਹਾਂ, ਉਹ ਚੀਜ਼ ਆ ਜਾਂਦੀ ਹੈ ਸਾਰੀ। ਡੀਅਰ ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਵੀ ਤੁਹਾਡੇ ਲਈ ਹੈਲਪਫੁਲ ਰਹੇਗੀ। ਕਾਫੀ ਬੱਚਿਆਂ ਦੇ ਮੈਨੂੰ ਮੈਸੇਜ ਆ ਰਹੇ ਸੀ ਕਿ ਮੈਮ ਤੁਸੀਂ ਇਸ ਪੇਪਰ ਦੇ ਨਾਲ ਰਿਲੇਟਡ ਵੀਡੀਓਜ਼ ਬਣਾਓ। ਥੋੜ੍ਹਾ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਮੈਂ ਵੀਡੀਓ ਲੇਟ ਬਣਾ ਰਹੀ ਹਾਂ। ਥੈਂਕਸ ਫॉर ਵਾਚਿੰਗ ਐਂਡ stay connected with me.